ਸਤਿ ਸ਼੍ਰੀ ਅਕਾਲ ਜੀ। ਮੇਰੀ ਪਤਨੀ ਨੇ ਮੇਰੇ ਨਾਲ ਇੱਕ ਵੀ ਰਾਤ ਨਹੀਂ ਗੁਜ਼ਾਰੀ ਸੀ। ਉਹ ਬਹੁਤ ਖੂਬਸੂਰਤ ਸੀ ਤੇ ਮੇਰੀ ਸ਼ਕਲ ਬਸ ਠੀਕ ਠਾਕ ਹੀ ਸੀ। ਫਿਰ ਇੱਕ ਰਾਤ ਉਸਨੇ ਸਾਰੀਆਂ ਹੱਦਾਂ ਪਾਰ ਕਰਕੇ ਆਪਣੇ 5 ਦੋਸਤ ਲੜਕਿਆਂ ਨੂੰ ਘਰ ਬੁਲਾ ਲਿਆ ਤੇ ਫਿਰ ਨਸ਼ੇ ਦੀ ਹਾਲਤ ਵਿੱਚ 5 ਦੋਸਤਾਂ ਨੇ ਮਿਲ ਕੇ ਮੇਰੀ ਪਤਨੀ ਨਾਲ ਮੈਂ ਆਪਣੇ ਘਰ ਲੱਗੇ ਕੈਮਰੇ ਚੈੱਕ ਕੀਤੇ ਤਾਂ ਮੇਰੇ ਹੋਸ਼ ਉੱਡ ਗਏ। ਮੇਰਾ ਨਾਮ ਰਾਜਨ ਹੈ ਤੇ ਮੈਂ ਇੱਕ ਬਹੁਤ ਖੁਸ਼ ਸੀ ਕਿਉਂਕਿ ਅੱਜ ਮੇਰੇ ਵਿਆਹ ਦਾ ਦਿਨ ਸੀ। ਮੇਰੀ ਪਤਨੀ ਕੋਈ ਪਰੀਆਂ ਤੋਂ ਘੱਟ ਨਹੀਂ ਸੀ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੇਰੇ ਵਰਗੇ ਬਦਸੂਰਤ ਮਰਦ ਨੂੰ ਇੰਨੀ ਸੋਹਣੀ ਦੁਲਹਨ ਮਿਲ ਸਕਦੀ ਆ। ਉਹ ਕਮਰੇ ਵਿੱਚ ਦੁਲਹਨ ਬਣੀ ਬੈਠੀ ਸੀ ਤੇ ਮੇਰਾ ਇੰਤਜ਼ਾਰ ਕਰ ਰਹੀ ਸੀ। ਮੈਂ ਆਪਣਾ ਆਲੀਸ਼ਾਨ ਕਮਰਾ ਬੜੀ ਹੀ ਖੂਬਸੂਰਤੀ ਨਾਲ ਸਜਾਇਆ ਹੋਇਆ ਸੀ ਤੇ ਮੇਰੀ ਪਤਨੀ ਵੀ ਕਮਰੇ ਦੀ ਤਰ੍ਹਾਂ ਖੂਬਸੂਰਤ ਸੀ। ਪਰ ਜੋ ਮੈਂ ਸੋਚ ਰਿਹਾ ਸੀ ਅਜਿਹਾ ਕੁਝ ਵੀ ਨਹੀਂ ਸੀ। ਉਸ ਦਾ ਇਹ ਰੂਪ ਵੇਖ ਕੇ ਮੈਂ ਹੈਰਾਨ ਹੋ ਗਿਆ। ਉਸਨੇ ਆਪਣੇ ਕੱਪੜੇ ਵੀ ਨਹੀਂ ਬਦਲੇ, ਨਾ ਹੀ ਜੇਵਰਾਤ ਉਤਾਰੇ। ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਮੈਨੂੰ ਮੇਰੀ ਬਦਸੂਰਤੀ ਦਾ ਅਹਿਸਾਸ ਕਰਾਉਣਾ ਚਾਹੁੰਦੀ ਸੀ। ਉਹ ਬਹੁਤ ਗੁੱਸੇ ਵਿੱਚ ਲੱਗ ਰਹੀ ਸੀ ਕਿ ਮੇਰੇ ਦਿੱਤੇ ਹੋਏ ਸਾਰੇ ਜੇਵਰ ਲਾ ਕੇ ਸੁੱਟ ਦੇਵੇ। ਉਹ ਬਹੁਤ ਹੀ ਅਜੀਬ ਤਰੀਕੇ ਨਾਲ ਬੈਠੀ ਸੀ। ਜਦੋਂ ਮੈਂ ਉਸਦੇ ਕੋਲ ਗਿਆ ਤਾਂ ਕਹਿਣ ਲੱਗੀ ਕਿ ਮੈਂ ਜਾਣਬੁੱਝ ਕੇ ਆਪਣਾ ਹੁਲੀਆ ਨਹੀਂ ਬਦਲਿਆ ਸੀ ਤਾਂ ਕਿ ਮੈਂ ਤੁਹਾਨੂੰ ਅਹਿਸਾਸ ਕਰਾ ਸਕਾਂ ਕਿ ਮੈਂ ਕਿੰਨੀ ਸੋਹਣੀ ਹਾਂ ਤੇ ਤੁਸੀਂ ਮੇਰੇ ਮੁਕਾਬਲੇ ਕੁਝ ਵੀ ਨਹੀਂ। ਉਸਨੇ ਕਿਹਾ, ਮੈਨੂੰ ਲੰਗੂਰ ਦੇ ਗਲੇ ਵਿੱਚ ਹਾਰ ਵਾਲਾ ਮੁਹਾਵਰਾ ਮੇਰੇ ਤੇ ਢੁਕਦਾ ਨਜ਼ਰ ਆ ਰਿਹਾ ਆ। ਪਰ ਮੈਂ ਮੁਸਕਰਾ ਕੇ ਉਸਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ। ਮੈਂ ਉਸ ਨੂੰ ਵੇਖ ਕੇ ਉਸਦੀ ਤਾਰੀਫ ਕੀਤੀ ਕਿ ਤੂੰ ਬਹੁਤ ਖੂਬਸੂਰਤ ਲੱਗ ਰਹੀ ਹਾਂ। ਬਦਲੇ ਵਿੱਚ ਉਸਨੇ ਕਿਹਾ ਕਿ ਹਾਂ, ਮੈਂ ਖੂਬਸੂਰਤ ਹੀ ਹਾਂ ਪਰ ਤੂੰ ਮੇਰੇ ਲਾਇਕ ਨਹੀਂ। ਕਾਸ਼ ਮੈਂ ਵੀ ਤੇਰੀ ਤਾਰੀਫ ਦੇ ਵਿੱਚ ਤੈਨੂੰ ਖੂਬਸੂਰਤ ਕਹਿ ਸਕਦੀ, ਲੇਕਿਨ ਅਫਸੋਸ ਕਿ ਸ਼ਾਇਦ ਤੂੰ ਇਸ ਗੱਲ ਦੇ ਲਾਇਕ ਨਹੀਂ ਕਿ ਤੇਰੀ ਤਾਰੀਫ ਕੀਤੀ ਜਾਵੇ। ਅਜਿਹਾ ਕਹਿ ਕੇ ਉਸਨੇ ਆਪਣੇ ਸਾਰੇ ਪਾਏ ਹੋਏ ਗਹਿਣੇ ਲਾ ਕੇ ਸੁੱਟ ਦਿੱਤੇ ਤੇ ਬਾਥਰੂਮ ਵਿੱਚ ਚਲੀ ਗਈ। ਉਹ ਜਾਣਬੁੱਝ ਕੇ ਬਾਥਰੂਮ ਵਿੱਚੋਂ ਦੇਰ ਨਾਲ ਆਈ ਤਾਂ ਕਿ ਮੈਂ ਸੌਂ ਜਾਵਾਂ। ਪਰ ਜਦੋਂ ਉਹ ਬਾਥਰੂਮ ਵਿੱਚੋਂ ਬਾਹਰ ਆਈ ਤਾਂ ਮੈਂ ਕਮਰੇ ਵਿੱਚ ਨਹੀਂ ਸੀ। ਮੈਂ ਸੋਚਦਾ ਬਾਹਰ ਚਲਿਆ ਗਿਆ ਤੇ ਉਹ ਕਮਰੇ ਦਾ ਦਰਵਾਜ਼ਾ ਲੌਕ ਕਰਕੇ ਸੌਂ ਗਈ। ਮੈਨੂੰ ਪਤਾ ਸੀ ਕਿ ਇਹ ਸਭ ਕੁਝ ਜਾਣਬੁੱਝ ਕੇ ਕਰ ਰਹੀ ਹੈ ਤਾਂ ਕਿ ਮੈਂ ਉਸਦੇ ਨੇੜੇ ਨਾ ਆ ਸਕਾਂ। ਇਸ ਲਈ ਮੈਂ ਖੁਦ ਹੀ ਚੁੱਪ ਕਰਕੇ ਇੱਕ ਪਾਸੇ ਹੋ ਗਿਆ। ਮੈਂ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਉਸ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਸੀ। ਉਹ ਇੱਕ ਮਿਡਲ ਕਲਾਸ ਫੈਮਿਲੀ ਵਿੱਚੋਂ ਸੀ ਤੇ ਜਦੋਂ ਮੇਰੀ ਮਾਂ ਉਹਨਾਂ ਦੇ ਘਰ ਮੇਰਾ ਰਿਸ਼ਤਾ ਲੈ ਕੇ ਗਈ ਤਾਂ ਸਭ ਨੇ ਵਧੀਆ ਸਮਝ ਕੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਕਿਉਂਕਿ ਮੈਂ ਇੱਕ ਅਮੀਰ ਘਰ ਦਾ ਮੁੰਡਾ ਸੀ। ਮੇਰੀ ਪਤਨੀ ਨੇ ਦੱਸਿਆ ਕਿ ਜਦੋਂ ਮੈਂ ਤੇਰੀ ਸ਼ਕਲ ਦੇਖੀ ਤਾਂ ਤੂੰ ਮੈਨੂੰ ਬਿਲਕੁਲ ਪਸੰਦ ਨਾ ਆਇਆ ਕਿਉਂਕਿ ਤੇਰੇ ਕੋਲ ਪੈਸੇ ਦੇ ਇਲਾਵਾ ਕੁਝ ਨਹੀਂ ਸੀ। ਤੂੰ ਬਹੁਤ ਹੀ ਬਦਸੂਰਤ ਆ। ਮੈਂ ਬੜਾ ਰੌਲਾ ਪਾਇਆ ਪਰ ਘਰ ਵਾਲਿਆਂ ਨੇ ਮੇਰੀ ਇੱਕ ਨਾ ਸੁਣੀ ਕਿਉਂਕਿ ਉਹਨਾਂ ਨੇ ਤਾਂ ਅਮੀਰ ਘਰ ਨਾਲ ਰਿਸ਼ਤਾ ਜੋੜਨਾ ਸੀ ਤੇ ਮੇਰੀ ਸੱਸ ਨੂੰ ਚੰਨ ਵਰਗੀ ਨੂੰਹ ਚਾਹੀਦੀ ਸੀ। ਜਦੋਂ ਮੇਰੇ ਘਰ ਵਾਲਿਆਂ ਨੇ ਤੇ ਵੱਸ ਨਾ ਚੱਲਿਆ ਤਾਂ ਮੈਂ ਤੈਅ ਕਰ ਲਿਆ ਸੀ ਕਿ ਮੈਂ ਉਹਨਾਂ ਦੋਨਾਂ ਮਾਂ ਬੇਟੇ ਦਾ ਜੀਣਾ ਹਰਾਮ ਕਰ ਦੇਵਾਂਗੀ ਕਿਉਂਕਿ ਉਹਨਾਂ ਦੋਨਾਂ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਬਰਬਾਦ ਹੋਈ ਆ। ਉਹਨੂੰ ਲੱਗਦਾ ਸੀ ਕਿ ਅਸੀਂ ਉਹਨਾਂ ਦੀ ਗਰੀਬੀ ਦਾ ਫਾਇਦਾ ਉਠਾਇਆ ਆ ਤੇ ਆਪਣੀ ਦੌਲਤ ਦੀ ਨੁਮਾਇਸ਼ ਕਰਕੇ ਉਸ ਨੂੰ ਖਰੀਦ ਲਿਆ ਸੀ। ਉਸ ਦੇ ਜਜ਼ਬਾਤ ਤੇ ਅਹਿਸਾਸ ਦੀ ਕਿਸੇ ਨੇ ਕੋਈ ਫਿਕਰ ਨਹੀਂ ਕੀਤੀ। ਉਹ ਅਕਸਰ ਕਹਿੰਦੀ ਕਿ ਤੇਰੀ ਮਾਂ ਨੇ ਵਿਚੋਲੇ ਨੂੰ ਕਾਫੀ ਸਾਰੇ ਪੈਸੇ ਦਿੱਤੇ ਹੋਣੇ ਆ ਤੇ ਉਸ ਵਿਚੋਲੇ ਨੇ ਮੈਨੂੰ ਭੱਦੀ ਸੂਰਤ ਵਾਲੇ ਨਾਲ ਮੜ ਦਿੱਤਾ ਤੇ ਮੇਰਾ ਵਿਆਹ ਤੇਰੇ ਨਾਲ ਹੋ ਗਿਆ। ਉਸਨੇ ਆਪਣੇ ਪੇਕਿਆਂ ਤੋਂ ਹਰ ਕਿਸਮ ਦਾ ਰਿਸ਼ਤਾ ਖਤਮ ਕਰ ਲਿਆ ਸੀ ਤੇ ਉਹਨਾਂ ਨੂੰ ਕਿਹਾ ਕਿ ਅੱਗੇ ਜ਼ਿੰਦਗੀ ਵਿੱਚ ਮੈਂ ਤੁਹਾਡੀ ਸ਼ਕਲ ਦੇਖਣਾ ਵੀ ਪਸੰਦ ਨਹੀਂ ਕਰੂੰਗੀ। ਉਸ ਨੂੰ ਲੱਗਦਾ ਸੀ ਕਿ ਉਸ ਦੇ ਮਾਂ-ਬਾਪ ਦੀ ਵਜ੍ਹਾ ਨਾਲ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਆ। ਉਹ ਕਹਿੰਦੀ ਕਿ ਮੈਂ ਜਿੰਨੀ ਕੁ ਖੂਬਸੂਰਤ ਸੀ ਮੈਨੂੰ ਪੈਸਿਆਂ ਦੀ ਨਹੀਂ ਬਲਕਿ ਇੱਕ ਖੂਬਸੂਰਤ ਇਨਸਾਨ ਦੀ ਜ਼ਰੂਰਤ ਸੀ ਕਿਉਂਕਿ ਪੈਸਾ ਤਾਂ ਕੋਈ ਵੀ ਕਮਾ ਸਕਦਾ ਪਰ ਚੰਗੀ ਸ਼ਕਲ ਸੂਰਤ ਹਰ ਕਿਸੇ ਦੇ ਕੋਲ ਨਹੀਂ ਹੁੰਦੀ। ਇਸ ਜ਼ਬਰਦਸਤੀ ਦੇ ਵਿਆਹ ਤੋਂ ਬਾਅਦ ਉਹ ਬਦਮਾਸ਼ੀ 'ਤੇ ਉਤਰ ਆਈ ਸੀ। ਇਸ ਲਈ ਉਸਨੇ ਜਿਵੇਂ ਤੈਅ ਹੀ ਕਰ ਲਿਆ ਸੀ ਕਿ ਉਹ ਸਭ ਤਹਿਸ ਨਹਿਸ਼ ਕਰ ਦੇਊਗੀ ਤੇ ਮੇਰੀ ਮਾਂ ਦਾ ਜੀਣਾ ਹਰਾਮ ਕਰ ਦੇਵੇਗੀ। ਉਹ ਕਹਿੰਦੀ ਕਿ ਇਹ ਘਰ ਦੇਖਣ ਵਿੱਚ ਬਹੁਤ ਹੀ ਖੂਬਸੂਰਤ ਆ ਪਰ ਜਿੰਨਾ ਵੱਡਾ ਇਹ ਘਰ ਆ ਇਸ ਦੇ ਅੰਦਰ ਮੈਨੂੰ ਉਨੀ ਹੀ ਘੁਟਨ ਮਹਿਸੂਸ ਹੁੰਦੀ ਆ। ਸੱਚ ਕਹਿੰਦੇ ਆ ਕਿ ਇਨਸਾਨ ਦਾ ਜਿੱਥੇ ਦਿਲ ਨਾ ਲੱਗੇ ਉੱਥੇ ਕਿੰਨਾ ਵੀ ਸਕੂਨ ਕਿਉਂ ਨਾ ਹੋਵੇ ਕੋਈ ਫਾਇਦਾ ਨਹੀਂ ਹੁੰਦਾ। ਇਸ ਘਰ ਵਿੱਚ ਜ਼ਿੰਦਗੀ ਦੀ ਹਰ ਸੁੱਖ ਸੁਵਿਧਾ ਮੌਜੂਦ ਸੀ ਪਰ ਉਹ ਕਹਿੰਦੀ ਕਿ ਇੱਥੇ ਉਹ ਨਹੀਂ ਹੈ
ਨਹੀਂ ਆ ਜਿਸ ਦੀ ਮੈਨੂੰ ਜ਼ਰੂਰਤ ਆ। ਉਹ ਆਖਦੀ ਕਿ ਮੇਰੀ ਮਾਂ ਨੇ ਕਿਹਾ ਸੀ ਕਿ ਮਰਦ ਦੀ ਸ਼ਕਲ ਕੌਣ ਦੇਖਦਾ, ਬਸ ਮੁੰਡਾ ਕਮਾਊ ਹੋਣਾ ਚਾਹੀਦਾ ਤਾਂ ਕਿ ਜ਼ਿੰਦਗੀ ਵਧੀਆ ਲੰਘ ਸਕੇ। ਮੈਂ ਕਿਹਾ ਕਿ ਮੇਰੇ ਵਰਗੀ ਖੂਬਸੂਰਤ ਪਤੀ ਦੀ ਸ਼ਕਲ ਸਵੇਰੇ ਸ਼ਾਮ ਦੇਖਦੀ ਆ, ਪਰ ਜੇ ਉਹ ਸ਼ਕਲ ਵਧੀਆ ਨਾ ਹੋਵੇ ਤਾਂ ਪਤਨੀ ਕਿੱਧਰ ਜਾਵੇ। ਮੈਂ ਆਪਣੀ ਮਾਂ ਨੂੰ ਕਿਹਾ ਕਿ ਇਹ 4 ਦਿਨ ਦੀ ਗੱਲ ਨਹੀਂ ਜੋ ਬਰਦਾਸ਼ਤ ਕਰ ਲਵਾਂ, ਇਹ ਤਾਂ ਉਮਰ ਭਰ ਦੀ ਗੱਲ ਆ। ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਅਫਸੋਸ ਹੁੰਦਾ ਕਿ ਇਸ ਦੀ ਸੋਚ ਕਿੰਨੀ ਘਟੀਆ ਆ। ਫਿਰ ਵੀ ਮੈਂ ਉਸ ਨੂੰ ਕੁਝ ਨਾ ਬੋਲਿਆ। ਉਹ ਰੋਜ਼ ਮੈਨੂੰ ਬਹੁਤ ਤਾਨੇ ਦਿੰਦੀ ਮੇਰੀ ਸ਼ਕਲ ਨੂੰ ਲੈ ਕੇ। ਉਹ ਕਹਿੰਦੀ ਕਿ ਮੈਨੂੰ ਤੇਰਾ ਭੱਦਾ ਚਿਹਰਾ ਸਾਰੀ ਉਮਰ ਵੇਖਣਾ ਪਊਗਾ। ਵਿਆਹ ਦੇ ਦੂਜੇ ਦਿਨ ਸਾਡੇ ਗੁਆਂਢ ਦੀਆਂ ਔਰਤਾਂ ਮੇਰੀ ਪਤਨੀ ਨੂੰ ਵੇਖਣ ਆਈਆਂ ਤਾਂ ਉਸਨੇ ਉਹਨਾਂ ਦੇ ਸਾਹਮਣੇ ਖੂਬ ਹੰਗਾਮਾ ਕੀਤਾ, ਜਿਸ ਦੀ ਵਜ੍ਹਾ ਨਾਲ ਮੇਰੀ ਮਾਂ ਨੂੰ ਬਹੁਤ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਉਸਨੇ ਸੋਚਿਆ ਕਿ ਇਸ ਹੰਗਾਮੇ ਦੇ ਬਾਅਦ ਤਾਂ ਮੇਰੀ ਮਾਂ ਕਿਸੇ ਨੂੰ ਘਰ ਬੁਲਾਉਣਾ ਹੀ ਛੱਡ ਦੇਵੇਗੀ, ਦੁਬਾਰਾ ਕਿਸੇ ਨੂੰ ਘਰ ਨਹੀਂ ਬੁਲਾਵੇਗੀ। ਅਜਿਹਾ ਹੀ ਹੋਇਆ। ਮੇਰੀ ਮਾਂ ਨੇ ਦੁਬਾਰਾ ਕਿਸੇ ਨੂੰ ਘਰ ਨਾ ਬੁਲਾਇਆ। ਉਹ ਘਰ ਦਾ ਕੋਈ ਕੰਮ ਨਾ ਕਰਦੀ, ਸਾਰਾ ਦਿਨ ਆਰਾਮ ਫਰਾਮੋਸ਼ ਵਿੱਚ ਹੀ ਰਹਿੰਦੀ। ਫਿਰ ਮਾਂ ਨੂੰ ਤਾਨੇ ਦੇਣ ਦਾ ਕੋਈ ਮੌਕਾ ਨਾ ਛੱਡਦੀ। ਮੇਰੀ ਮਾਂ ਦੀ ਇਹ ਹਾਲਤ ਵੇਖ ਕੇ ਜਿਵੇਂ ਉਹਨੂੰ ਬੜਾ ਹੀ ਸਕੂਨ ਮਿਲਦਾ ਸੀ। ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਸੀ। ਉਹ ਹਰ ਦਿਨ ਕੋਈ ਨਾ ਕੋਈ ਅਜਿਹਾ ਬਹਾਨਾ ਲੱਭਦੀ ਜਿਸ ਦੀ ਵਜ੍ਹਾ ਨਾਲ ਮੇਰੀ ਮਾਂ ਅਤੇ ਮੈਨੂੰ ਪਰੇਸ਼ਾਨੀ ਅਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ। ਉਹ ਮੈਨੂੰ ਬਦਸੂਰਤ ਹੋਣ ਦਾ ਤਾਨਾ ਦਿੰਦੀ, ਮੇਰੇ ਨਾਲ ਕਦੇ ਵੀ ਸਿੱਧੇ ਮੂੰਹ ਗੱਲ ਨਾ ਕਰਦੀ, ਪਰ ਅਸੀਂ ਇਹ ਸਭ ਕੁਝ ਦੇਖ ਕੇ ਦੋਨੋਂ ਬਿਲਕੁਲ ਚੁੱਪ ਹੋ ਜਾਂਦੇ ਸੀ। ਉਸ ਨੂੰ ਕੁਝ ਨਾ ਕਹਿੰਦੇ। ਜੇਕਰ ਕਦੇ ਮਾਂ ਕੁਝ ਕਹਿ ਵੀ ਦਿੰਦੀ ਤਾਂ ਉਹਨਾਂ ਨੂੰ ਉਲਟਾ ਸੁਣਾ ਦਿੰਦੀ। ਸਾਡਾ ਪਰਿਵਾਰ ਇੱਕ ਸ਼ਰੀਫ ਪਰਿਵਾਰ ਸੀ, ਇਸ ਲਈ ਚੁੱਪ ਹੋ ਜਾਂਦੇ ਸੀ। ਉਸਨੇ ਸੋਚਿਆ ਸੀ ਕਿ ਮੈਂ ਇਹਨਾਂ ਨੂੰ ਇੰਨਾ ਤੰਗ ਕਰ ਦੇਵਾਂਗੀ ਕਿ ਅੱਗੇ 7 ਨਸਲਾਂ ਤੱਕ ਇਹ ਲੋਕ ਕਦੇ ਵੀ ਕਿਸੇ ਗਰੀਬ ਲੜਕੀ ਦੀ ਮਜਬੂਰੀ ਦਾ ਫਾਇਦਾ ਉਠਾਉਣ ਤੋਂ ਪਹਿਲਾਂ 1000 ਵਾਰ ਸੋਚਣਗੇ। ਜਦੋਂ ਉਸ ਨੂੰ ਇਹ ਸਭ ਤੋਂ ਵੀ ਚੈਨ ਨਾ ਮਿਲਿਆ ਤਾਂ ਉਸਨੇ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ। ਉਹ ਰੋਜ਼ਾਨਾ ਸ਼ਾਮ ਨੂੰ ਛੋਟੇ ਕੱਪੜੇ ਪਾ ਕੇ ਸਕੂਟੀ 'ਤੇ ਘਰ ਤੋਂ ਨਿਕਲ ਜਾਂਦੀ ਤੇ ਸਾਰੀ ਰਾਤ ਬਾਹਰ ਗੁਜ਼ਾਰਦੀ ਤੇ ਸਵੇਰੇ ਵਾਪਸ ਆਉਂਦੀ। ਉਸਨੇ ਅਜਿਹੀਆਂ ਜਗ੍ਹਾ ਚੁਣ ਲਈਆਂ ਸੀ ਜਿੱਥੇ ਅਮੀਰ ਲੜਕੇ ਤੇ ਲੜਕੀਆਂ ਜਾਂਦੇ ਸੀ। ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਕਾਫੀ ਜਗ੍ਹਾ ਸੀ ਜੋ ਕਿ ਸਿਰਫ ਅਮੀਰ ਨੌਜਵਾਨਾਂ ਦੇ ਲਈ ਬਣਾਈਆਂ ਗਈਆਂ ਸੀ, ਜਿਨ੍ਹਾਂ ਨੂੰ ਬਾਹਰਲੇ ਦੇਸ਼ ਵਿੱਚ ਨਾਈਟ ਕਲੱਬ ਦਾ ਨਾਮ ਦਿੱਤਾ ਜਾਂਦਾ ਹੈ ਤੇ ਸਾਡੇ ਦੇਸ਼ ਵਿੱਚ ਅਜਿਹੀਆਂ ਜਗ੍ਹਾ ਦਾ ਕੋਈ ਖਾਸ ਨਾਮ ਨਹੀਂ ਹੁੰਦਾ। ਸਾਡੇ ਦੇਸ਼ ਵਿੱਚ ਅਜਿਹੀਆਂ ਜਗ੍ਹਾ ਨੂੰ ਛੁਪ ਕੇ ਇਸਤੇਮਾਲ ਕਰਿਆ ਜਾਂਦਾ ਆ ਤੇ ਤਾਂ ਕਿ ਕੋਈ ਪੁਲਿਸ ਦਾ ਛਾਪਾ ਨਾ ਪੈ ਜਾਵੇ। ਉਹ ਵੀ ਇੱਕ ਅਜਿਹੇ ਨਾਈਟ ਕਲੱਬ ਦਾ ਹਿੱਸਾ ਬਣਦੀ ਜਾ ਰਹੀ ਸੀ। ਉਹ ਰੋਜ਼ਾਨਾ ਰਾਤ ਨੂੰ ਉੱਥੇ ਜਾਂਦੀ ਤੇ ਫਿਰ ਉੱਥੇ ਬੈਠ ਕੇ ਸਭ ਨੂੰ ਵੇਖਦੀ ਰਹਿੰਦੀ। ਪਹਿਲ ਤਾਂ ਉਹ ਇੱਕ ਕੋਨੇ ਵਿੱਚ ਬੈਠੀ ਰਹਿੰਦੀ ਸੀ। ਸ਼ੁਰੂ ਵਿੱਚ ਤਾਂ ਰਾਤ ਨੂੰ ਲੇਟ ਹੋਣ 'ਤੇ ਮੇਰੀ ਮਾਂ ਫੋਨ ਕਰਕੇ ਪੁੱਛਦੀ ਕਿ ਬਹੂ ਕਿੱਥੇ ਹੈ ਤੇ ਕਦੋਂ ਆਵੇਂਗੀ, ਪਰ ਜਦੋਂ ਉਹ ਉਹਨਾਂ ਦੀਆਂ ਗੱਲਾਂ ਦਾ ਠੀਕ ਤਰ੍ਹਾਂ ਜਵਾਬ ਨਾ ਦਿੰਦੀ ਤਾਂ ਮਾਂ ਨੇ ਉਹਦੇ ਪੇਕਿਆਂ ਨੂੰ ਦੱਸਿਆ। ਪੇਕਿਆਂ ਦੀ ਤਾਂ ਉਹ ਪਹਿਲਾਂ ਹੀ ਨਹੀਂ ਸੁਣਦੀ ਸੀ। ਫਿਰ ਮੇਰੀ ਪਤਨੀ ਤੋਂ ਤੰਗ ਆ ਕੇ ਉਹਨਾਂ ਦੇ ਇਸ ਦੀ ਖੈਰ ਖਬਰ ਲੈਣਾ ਹੀ ਛੱਡ ਦਿੱਤਾ ਸੀ। ਉਸਨੇ ਮੇਰੀ ਮਾਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਮੈਨੂੰ ਕਿਸੇ ਵੀ ਚੀਜ਼ ਲਈ ਪਰੇਸ਼ਾਨ ਨਾ ਕੀਤਾ ਜਾਵੇ, ਨਹੀਂ ਤਾਂ ਮੈਂ ਤੁਹਾਡੇ 'ਤੇ ਝੂਠੇ ਇਲਜ਼ਾਮ ਲਗਾ ਕੇ ਬਹੁਤ ਕੁਝ ਕਰਵਾ ਦੇਵਾਂਗੀ। ਇਸ ਤੋਂ ਬਾਅਦ ਮੇਰੀ ਮਾਂ ਨੇ ਉਸ ਨੂੰ ਆਜ਼ਾਦ ਛੱਡ ਦਿੱਤਾ, ਪਰ ਮੈਨੂੰ ਤੇ ਮੇਰੀ ਮਾਂ ਨੂੰ ਉਸ ਦੀ ਫਿਕਰ ਜ਼ਰੂਰ ਹੁੰਦੀ ਸੀ। ਉਹ ਜਿੱਥੇ ਰਾਤ ਨੂੰ ਜਾਂਦੀ ਸੀ ਤਾਂ ਉੱਥੇ ਉਸ ਨੂੰ ਇੱਕ ਲੜਕਾ ਮਿਲ ਗਿਆ। ਮੇਰੀ ਪਤਨੀ ਇਕੱਲੀ ਆਪਣੇ ਖਿਆਲਾਂ ਵਿੱਚ ਗੁੰਮ ਸੀ ਤਾਂ ਉਹ ਮੇਰੀ ਪਤਨੀ ਦੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਮੈਂ ਤੈਨੂੰ ਹਰ ਰੋਜ਼ ਵੇਖਦਾ, ਤੂੰ ਇੱਕ ਕੋਨੇ ਵਿੱਚ ਬੈਠੀ ਰਹਿੰਦੀ ਆ, ਕਿਸੇ ਨਾਲ ਕੋਈ ਗੱਲ ਨਹੀਂ ਕਰਦੀ। ਜੇ ਤੂੰ ਇੱਥੇ ਕੁਝ ਕਰਨਾ ਹੀ ਨਹੀਂ ਹੁੰਦਾ ਤਾਂ ਆਉਂਦੀ ਕਿਉਂ ਆ? ਮੇਰੀ ਪਤਨੀ ਇਹ ਗੱਲ ਸੁਣ ਕੇ ਉਸ ਲੜਕੇ ਵਿੱਚ ਦਿਲਚਸਪੀ ਮਹਿਸੂਸ ਕਰਨ ਲੱਗ ਪਈ। ਮੇਰੀ ਪਤਨੀ ਨੇ ਉਸ ਨਾਲ ਦੋਸਤੀ ਕਰ ਲਈ ਤੇ ਉਸ ਲੜਕੇ ਦੇ ਹੋਰ 4 ਦੋਸਤ ਸੀ। ਇਸ ਤਰ੍ਹਾਂ ਮੇਰੀ ਪਤਨੀ ਨੂੰ ਲੱਗਿਆ ਕਿ ਉਸ ਨੂੰ 5 ਵਧੀਆ ਦੋਸਤ ਮਿਲ ਗਏ। ਪਹਿਲਾਂ ਤਾਂ ਉਹ ਉੱਥੇ ਟਾਈਮ ਪਾਸ ਕਰਨ ਜਾਂਦੀ ਸੀ, ਜਾਂ ਇਹ ਕਹਿ ਲਵੋ ਕਿ ਮੈਨੂੰ ਅਤੇ ਮੇਰੀ ਮਾਂ ਨੂੰ ਤਕਲੀਫ ਪਹੁੰਚਾਉਣ ਲਈ ਜਾਂਦੀ ਸੀ, ਪਰ ਹੁਣ ਉਸ ਨੂੰ ਉੱਥੇ ਅਮੀਰ ਦੋਸਤਾਂ ਦੀ ਸੰਗਤ ਮਿਲ ਗਈ ਸੀ। ਹੁਣ ਉਸ ਨੂੰ ਉੱਥੇ ਜਾਣਾ ਬੜਾ ਵਧੀਆ ਲੱਗਦਾ। ਪਹਿਲਾਂ ਤਾਂ ਉਹ 5 ਲੜਕੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਸੀ। ਉਹ 5 ਆਪਣੀ ਹੱਦ ਵਿੱਚ ਰਹਿੰਦੇ ਸੀ। ਉਸ ਦੀ ਉਹਨਾਂ ਨਾਲ ਦੋਸਤੀ ਜ਼ਰੂਰ ਹੋ ਗਈ ਸੀ, ਪਰ ਉਹਨਾਂ ਦੇ ਨਾ ਹੀ ਉਸ ਨੂੰ ਡਾਂਸ ਲਈ ਮਜਬੂਰ ਕੀਤਾ ਅਤੇ ਨਾ ਹੀ ਕੋਈ ਇਕੱਠੇ ਹੁੰਦੇ ਤਾਂ ਸਾਰੀ ਰਾਤ ਗੱਲਾਂ ਕਰਦੇ ਗਲਤ ਫਰਮਾਇਸ਼ ਪਾਈ।
ਹੁਣ ਉਹ ਰੋਜ਼ ਸ਼ਾਮ ਨੂੰ ਇੱਧਰ ਉੱਧਰ ਘੁੰਮਦੇ, ਲੜਕੇ ਲੜਕੀਆਂ ਨੂੰ ਦੇਖ ਕੇ ਉਹਨਾਂ 'ਤੇ ਹੱਸਦੇ ਅਤੇ ਫਿਰ ਸਵੇਰ ਹੋਣ ਤੋਂ ਪਹਿਲਾਂ ਘਰ ਚਲੇ ਜਾਂਦੇ ਸੀ। ਮੇਰੀ ਪਤਨੀ ਨੂੰ ਉਹਨਾਂ ਪੰਜਾਂ ਦੀ ਦੋਸਤੀ ਵਿੱਚ ਕੋਈ ਬੁਰਾਈ ਮਹਿਸੂਸ ਨਹੀਂ ਹੋ ਰਹੀ ਸੀ, ਪਰ ਹੌਲੀ-ਹੌਲੀ ਕਰਕੇ ਮੇਰੀ ਪਤਨੀ ਨਾਲ ਕੁਝ ਜ਼ਿਆਦਾ ਹੀ ਖੁੱਲ੍ਹਣ ਲੱਗੇ। ਉਹ ਮੇਰੀ ਪਤਨੀ ਕੋਲ ਬੈਠ ਕੇ ਸਿਗਰਟ ਪੀਣ ਲੱਗੇ। ਇੱਕ ਦੋ ਵਾਰ ਤਾਂ ਜਦੋਂ ਉਹਨਾਂ ਨੇ ਮੇਰੀ ਪਤਨੀ ਨੂੰ ਪੁੱਛਿਆ ਤਾਂ ਇਸਨੇ ਮਨਾ ਕਰ ਦਿੱਤਾ, ਪਰ ਇੱਕ ਦਿਨ ਮੇਰੀ ਪਤਨੀ ਨੇ ਉਹਨਾਂ ਨੂੰ ਦਿਖਾਉਣ ਦੇ ਚੱਕਰ ਵਿੱਚ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਉਸ ਨੂੰ ਆਪਣੇ ਬਰਾਬਰ ਦੀ ਸਮਝਣ। 2-4 ਵਾਰ ਸਿਗਰਟ ਪੀਣ ਨਾਲ ਮੇਰੀ ਪਤਨੀ ਨੂੰ ਹੌਲੀ-ਹੌਲੀ ਨਸ਼ੇ ਦੀ ਲੱਤ ਲੱਗਦੀ ਜਾ ਰਹੀ ਸੀ। ਉਸਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਉਹਨਾਂ ਨੂੰ ਦਿਖਾਉਣ ਦੇ ਚੱਕਰ ਵਿੱਚ ਖੁਦ ਬਰਬਾਦੀ ਦੇ ਵੱਲ ਜਾ ਰਹੀ ਸੀ। ਇੱਕ ਦਿਨ ਉਹ ਉੱਥੋਂ ਵਾਪਸ ਆਈ ਤਾਂ ਮੇਰੀ ਮਾਂ ਉਸਦੇ ਇੰਤਜ਼ਾਰ ਵਿੱਚ ਬੈਠੀ ਸੀ। ਉਸ ਨੂੰ ਵੇਖ ਕੇ ਮੇਰੀ ਮਾਂ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ, ਇਸ ਤੋਂ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੀ। ਬਿਹਤਰ ਹੋਵੇਗਾ ਕਿ ਤੂੰ ਇਹ ਘਰ ਛੱਡ ਕੇ ਚਲੀ ਜਾ ਤੇ ਮੇਰਾ ਬੇਟਾ ਤੈਨੂੰ ਤਲਾਕ ਦੇਣ ਨੂੰ ਤਿਆਰ ਆ। ਮੇਰੀ ਮਾਂ ਦੀ ਇਹ ਗੱਲ ਸੁਣ ਕੇ ਉਹ ਜ਼ੋਰ ਨਾਲ ਹੱਸਣ ਲੱਗੀ। ਉਸਨੇ ਕਿਹਾ, ਇੰਨੀ ਜਲਦੀ ਮੈਂ ਤੇਰੀ ਤੇ ਤੇਰੇ ਬੇਟੇ ਦੀ ਜਾਨ ਨਹੀਂ ਛੱਡਣ ਵਾਲੀ। ਤੁਸੀਂ ਮੇਰੀ ਜ਼ਿੰਦਗੀ ਨੂੰ ਮਜ਼ਾਕ ਸਮਝ ਕੇ ਰੱਖਿਆ ਤੇ ਜਦੋਂ ਚਾਹੇ ਮੈਨੂੰ ਇਸ ਘਰ ਵਿੱਚ ਲੈ ਆਓ ਤੇ ਜਦੋਂ ਚਾਹੋ ਘਰੋਂ ਕੱਢ ਦੇਵੋ। ਉਸਨੇ ਕਿਹਾ ਕਿ ਮੈਂ ਇਸੇ ਘਰ ਵਿੱਚ ਰਹਾਂਗੀ। ਮੇਰੀ ਮਾਂ ਇੱਕ ਵਾਰ ਫਿਰ ਤੋਂ ਉਸ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਈ। ਇੱਕ ਦਿਨ ਮੇਰੀ ਪਤਨੀ ਉਹਨਾਂ ਪੰਜਾਂ ਨੂੰ ਆਪਣੇ ਘਰ ਲੈ ਆਈ। ਮੈਨੂੰ ਇਹ ਵੇਖ ਕੇ ਬਹੁਤ ਗੁੱਸਾ ਆਇਆ ਤੇ ਮੈਂ ਉਸ ਨੂੰ ਕਿਹਾ ਕਿ ਕਲੱਬ ਜਾਣਾ ਤੇ ਬੇਸ਼ੱਕ ਜਾ, ਮੈਂ ਕੁਝ ਨਹੀਂ ਕਹਿੰਦਾ, ਪਰ ਇਹਨਾਂ ਪੰਜਾਂ ਲੜਕਿਆਂ ਤੋਂ ਦੂਰ ਹੈ, ਇਹ ਸਹੀ ਨਹੀਂ। ਪਰ ਉਸਨੇ ਮੇਰੀ ਇੱਕ ਨਾ ਮੰਨੀ। ਮੈਂ ਵੀ ਸਿਰਫ ਲੋਕਾਂ ਦੀ ਸ਼ਰਮ ਦਾ ਮਾਰਾ ਉਸ ਨੂੰ ਘਰੋਂ ਨਹੀਂ ਕੱਢਦਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਆਪਣੀ ਪਤਨੀ ਨੂੰ ਘਰੋਂ ਕੱਢ ਦਿੱਤਾ ਤਾਂ ਲੋਕੀ ਮੈਨੂੰ ਹੀ ਗਲਤ ਸਮਝਣਗੇ। ਖੈਰ, ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਉਹ ਕਿਸੇ ਦੀ ਨਾ ਸੁਣਦੀ, ਉਹਨਾਂ ਪੰਜਾਂ ਲੜਕਿਆਂ ਨਾਲ ਸਾਰਾ ਦਿਨ ਗੁਜ਼ਾਰਦੀ। ਇੱਕ ਦਿਨ ਮੈਂ ਘਰ ਨਹੀਂ ਸੀ ਤੇ ਮੇਰੀ ਮਾਂ ਵੀ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ। ਉਸਨੇ ਮੌਕੇ ਦਾ ਫਾਇਦਾ ਉਠਾ ਕੇ ਉਹਨਾਂ ਦੋਸਤਾਂ ਨੂੰ ਘਰ ਬੁਲਾ ਲਿਆ ਤਾਂ ਕਿ ਉਹ ਉਹਨਾਂ ਨਾਲ ਐਸ਼ੀ ਕਰ ਸਕੇ। ਉਸਨੇ ਘਰ ਵਿੱਚ ਖਾਣ ਪੀਣ ਦਾ ਸਾਰਾ ਪ੍ਰਬੰਧ ਕਰ ਲਿਆ। ਸ਼ਰਾਬ, ਸਿਗਰਟ ਸਭ ਨਸ਼ੇ ਕਰਨ ਲੱਗ ਗਈ ਸੀ। ਕਹਿੰਦੇ ਆ ਕਿ ਜਦੋਂ ਇਨਸਾਨ ਜ਼ਿਆਦਾ ਉੱਚਾ ਉੱਡਣ ਲੱਗ ਜਾਵੇ ਤਾਂ ਇੱਕ ਦਿਨ ਥੱਲੇ ਜ਼ਰੂਰ ਡਿੱਗਦਾ ਆ। ਮੇਰੀ ਪਤਨੀ ਟਾਈਮ ਨਾਲ ਹੀ ਸਾਰਾ ਘਰ ਦਾ ਕੰਮ ਖਤਮ ਕਰਕੇ ਬੈਠ ਗਈ। ਇੰਨੇ ਨੂੰ ਉਹ ਪੰਜੇ ਲੜਕੇ ਆ ਗਏ। ਮੇਰੀ ਪਤਨੀ ਨੇ ਉਹਨਾਂ ਨਾਲ ਬੈਠ ਕੇ ਖੂਬ ਨਸ਼ਾ ਕੀਤਾ। ਜਦੋਂ ਉਹਨਾਂ ਨੇ ਮੇਰੀ ਪਤਨੀ ਦੇ ਹੋਸ਼-ਹਵਾਸ ਖੋਏ ਵੇਖੇ ਤਾਂ ਪਹਿਲੀ ਵਾਰ ਉਹਨਾਂ ਦਾ ਅਸਲੀ ਰੂਪ ਸਾਹਮਣੇ ਆਇਆ। ਉਹ ਪੰਜੇ ਲੜਕੇ ਮਿਲ ਕੇ ਮੇਰੀ ਪਤਨੀ ਨਾਲ ਜ਼ਬਰਦਸਤੀ ਕਰਨ ਲੱਗੇ। ਮੇਰੀ ਪਤਨੀ ਨੇ ਚੀਕ ਕੇ ਕਿਸੇ ਦੀ ਮਦਦ ਮੰਗਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਦੀ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ। ਅੱਧੀ ਰਾਤ ਨੂੰ ਉਹ ਉਸ ਨੂੰ ਮੁਰਦਾ ਹਾਲਤ ਵਿੱਚ ਛੱਡ ਕੇ ਘਰੋਂ ਚਲੇ ਗਏ। ਅਗਲੇ ਦਿਨ ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤਾਂ ਮੈਂ ਉਸ ਦੇ ਹੱਥ ਵਿੱਚ ਡਿਵੋਰਸ ਦੇ ਕਾਗਜ਼ ਫੜਾ ਦਿੱਤੇ। ਉਹ ਹੈਰਾਨੀ ਨਾਲ ਮੈਨੂੰ ਪੁੱਛਣ ਲੱਗੀ ਤਾਂ ਮੈਂ ਕਿਹਾ, ਜੋ ਤੂੰ ਕੀਤਾ ਉਹ ਸਭ ਸਹੀ ਕੀਤਾ। ਚੱਲ ਮੇਰੇ ਘਰੋਂ ਦਫਾ ਹੋ ਜਾ। ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੇ ਘਰੇ ਇੱਕ ਮਿੰਟ ਵੀ ਹੋ ਰਹੇ। ਤੂੰ ਮੇਰੇ ਘਰ ਦੇ ਲਾਇਕ ਹੀ ਨਹੀਂ। ਮੈਂ ਹੀ ਤੈਨੂੰ ਹੁਣ ਤੱਕ ਸਿਰ 'ਤੇ ਬਿਠਾ ਕੇ ਰੱਖਿਆ ਕਿ ਤੂੰ ਸੁਧਰ ਜਾਵੇਂਗੀ, ਪਰ ਨਹੀਂ, ਮੇਰੇ ਲੱਖ ਕਹਿਣ 'ਤੇ ਵੀ ਤੂੰ ਉਹਨਾਂ ਲੜਕਿਆਂ ਨੂੰ ਘਰੇ ਬੁਲਾਇਆ। ਉਹ ਤਾਂ ਸ਼ੁਕਰ ਹੋਇਆ ਕਿ ਮੇਰੇ ਘਰ ਕੈਮਰੇ ਲੱਗੇ ਸੀ। ਜੇ ਇਹ ਨਾ ਲੱਗੇ ਹੁੰਦੇ ਤਾਂ ਮੈਨੂੰ ਤੇਰੇ ਇਸ ਰੂਪ ਦਾ ਪਤਾ ਹੀ ਨਹੀਂ ਲੱਗਣਾ ਸੀ। ਜਦੋਂ ਮੈਂ ਆਫਿਸ ਵਿੱਚ ਘਰ ਦੇ ਕੈਮਰੇ ਦੇਖਣ ਲਈ ਚੈੱਕ ਕੀਤੇ ਕਿ ਸਭ ਘਰੇ ਠੀਕ ਆ ਤਾਂ ਮੈਨੂੰ ਤੇਰਾ ਇਹ ਨੰਗਾ ਨਾਚ ਦਿਖਿਆ ਤੇ ਮੇਰੇ ਮਨ ਨੂੰ ਸਕੂਨ ਆਇਆ ਕਿ ਤੇਰੇ ਵਰਗੀ ਔਰਤ ਨਾਲ ਇਹੀ ਸਭ ਹੋਣਾ ਚਾਹੀਦਾ। ਹੁਣ ਮੇਰੀ ਪਤਨੀ ਡਿਵੋਰਸ ਦੇ ਕਾਗਜ਼ ਫੜ ਕੇ ਆਪਣੀ ਕਿਸਮਤ 'ਤੇ ਰੋ ਰਹੀ ਸੀ। ਆਪਣੀ ਇੱਜ਼ਤ ਗਵਾ ਕੇ ਉਸ ਨੂੰ ਅਹਿਸਾਸ ਹੋਇਆ ਕਿ ਕਲੱਬ ਵਿੱਚ ਨਸ਼ਾ ਕਰਨ ਵਾਲੇ ਲੜਕੇ ਕਦੇ ਦੋਸਤ ਨਹੀਂ ਹੁੰਦੇ, ਜਦ ਕਿ ਉਹਨਾਂ ਦੀ ਅਸਲੀਅਤ ਮੇਰਾ ਪਤੀ ਬਹੁਤ ਪਹਿਲਾਂ ਤੋਂ ਹੀ ਜਾਣਦਾ ਸੀ ਤੇ ਮੈਨੂੰ ਦੱਸ ਵੀ ਚੁੱਕਿਆ ਸੀ। ਪਰ ਮੈਂ ਆਪਣੀ ਜਿੱਦ ਵਿੱਚ ਅੰਨੀ ਹੋ ਗਈ ਸੀ ਤੇ ਆਪਣੀ ਇੱਜ਼ਤ ਨੂੰ ਖੁਦ ਉਹਨਾਂ ਲੜਕਿਆਂ ਦੇ ਹਵਾਲੇ ਕਰ ਬੈਠੀ। ਹੁਣ ਉਹ ਮੇਰੇ ਘਰੋਂ ਆਪਣਾ ਬੋਰੀ ਬਿਸਤਰਾ ਲੈ ਕੇ ਇੱਕ ਆਸ਼ਰਮ ਵਿੱਚ ਚਲੀ ਗਈ ਸੀ, ਕਿਉਂਕਿ ਹੋਰ ਉਹ ਕਿਤੇ ਜਾ ਵੀ ਨਹੀਂ ਸਕਦੀ ਸੀ। ਉਸਦੇ ਮਾਂ-ਬਾਪ ਉਸਦੇ ਨਾਲ ਪਹਿਲਾਂ ਹੀ ਮਿਲਣੋਂ ਵਰਤਣੋਂ ਹਟ ਗਏ ਸੀ। ਹੁਣ ਉਸਦੇ ਅੰਦਰ ਡਰ ਬੈਠ ਚੁੱਕਿਆ ਸੀ। ਹੁਣ ਉਹ ਇੱਕ ਪਾਪ ਦਾ ਹਿੱਸਾ ਬਣ ਚੁੱਕੀ ਸੀ। ਪਰਮਾਤਮਾ ਨੇ ਉਸ ਨੂੰ ਇੱਜ਼ਤ ਦੀ ਜ਼ਿੰਦਗੀ ਦਿੱਤੀ ਸੀ, ਪਰ ਉਸ ਨੇ ਖੁਦ ਹੀ ਉਸ ਨੂੰ ਬਰਬਾਦ ਕਰ ਦਿੱਤਾ ਸੀ। ਉਸ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੋ ਰਿਹਾ ਸੀ ਕਿ ਉਹ ਅਮੀਰ ਦੋਸਤ ਬਹੁਤ ਖੂਬਸੂਰਤ ਸੀ,
ਪਰ ਜਦੋਂ ਉਹਨਾਂ ਖੂਬਸੂਰਤ ਚਿਹਰਿਆਂ ਦਾ ਭਿਆਨਕ ਰੂਪ ਉਸਨੇ ਵੇਖਿਆ ਤਾਂ ਉਸਨੂੰ ਖੂਬਸੂਰਤ ਚਿਹਰਿਆਂ ਤੋਂ ਹੀ ਨਫ਼ਰਤ ਹੋ ਚੁੱਕੀ ਸੀ। ਹੁਣ ਉਸਨੂੰ ਆਸ਼ਰਮ ਵਿੱਚ ਰਹਿੰਦੀ ਨੂੰ 7 ਸਾਲ ਹੋ ਚੁੱਕੇ ਸੀ। ਫਿਰ ਮੇਰੀ ਮਾਂ ਨੇ ਮੇਰਾ ਵਿਆਹ ਇੱਕ ਬਹੁਤ ਹੀ ਸਿਆਣੀ ਤੇ ਖੂਬਸੂਰਤੀ ਲੜਕੀ ਨਾਲ ਕਰਵਾ ਦਿੱਤਾ। ਇੱਕ ਦਿਨ ਮੈਂ ਆਪਣੀ ਪਤਨੀ ਅਤੇ ਬੱਚੇ ਨਾਲ ਆਸ਼ਰਮ ਵਿੱਚ ਜ਼ਰੂਰੀ ਚੀਜ਼ਾਂ ਵੰਡਣ ਵਾਸਤੇ ਗਿਆ ਸੀ। ਅਸੀਂ ਹਰ ਇੱਕ ਨੂੰ ਜ਼ਰੂਰਤ ਦੇ ਹਿਸਾਬ ਨਾਲ ਚੀਜ਼ਾਂ ਦੇ ਰਹੇ ਸੀ। ਜਦੋਂ ਅਸੀਂ ਉਸ ਕੋਲ ਗਏ ਤਾਂ ਉਸਨੇ ਦੇਖਿਆ ਤੇ ਸ਼ਰਮਿੰਦਾ ਹੋ ਗਈ। ਮੇਰੇ ਨਾਲ ਮੇਰੀ ਖੂਬਸੂਰਤ ਪਤਨੀ ਤੇ 3 ਸਾਲ ਦਾ ਬੇਟਾ ਸੀ। ਮੈਂ ਆਪਣੇ ਬੇਟੇ ਦੇ ਜਨਮ ਦੀ ਖੁਸ਼ੀ ਆਸ਼ਰਮ ਨਾਲ ਸਾਂਝੀ ਕਰਨ ਗਿਆ ਸੀ। ਮੈਂ ਉਸ ਨੂੰ ਅਣਦੇਖਿਆ ਕਰਕੇ ਤੇ ਉਸ ਨੂੰ ਕੁਝ ਚੀਜ਼ਾਂ ਦੇ ਕੇ ਆਪਣੀ ਪਤਨੀ ਦੇ ਨਾਲ ਹੱਸਦਾ ਹੋਇਆ ਅੱਗੇ ਲੰਘ ਗਿਆ। ਉਹ ਸਾਨੂੰ ਦੇਖ ਕੇ ਆਪਣੇ ਆਪ 'ਤੇ ਬੜਾ ਅਫਸੋਸ ਕਰ ਰਹੀ ਸੀ ਕਿ ਜੇ ਮੈਂ ਆਪਣੀ ਜ਼ਿੰਦਗੀ ਵਿੱਚ ਉਹ ਗਲਤੀਆਂ ਨਾ ਕਰਦੀ ਤਾਂ ਇਸ ਖੂਬਸੂਰਤ ਲੜਕੀ ਦੀ ਜਗ੍ਹਾ ਮੈਂ ਹੁੰਦੀ। ਸੋ ਦੋਸਤੋ, ਕਈ ਵਾਰ ਆਪਾਂ ਸਾਹਮਣੇ ਆਪਣੇ ਘਮੰਡ ਵਿੱਚ ਸਭ ਕੁਝ ਗਵਾ ਦਿੰਦੇ ਹਾਂ ਅਤੇ ਉਸ ਦਾ ਪਛਤਾਵਾ ਆਪਾਂ ਨੂੰ ਪਿੱਛੋਂ ਹੁੰਦਾ ਆ। ਇਸ ਕਰਕੇ ਆਪਾਂ ਨੂੰ ਜੋ ਮਿਲਿਆ ਉਸ ਦੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ। ਸਾਨੂੰ ਖੂਬਸੂਰਤ ਸ਼ਕਲ ਨਹੀਂ ਸਗੋਂ ਖੂਬਸੂਰਤ ਦਿਲ ਵੇਖਣਾ ਚਾਹੀਦਾ ਹੈ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।